हाँ जी प्यारे बच्चों, सब तो पहला तुहानू प्यार भरी सत श्री अकाल। जिवें तुहानू पता ही आपां जिहड़ा यूनिट नैटवर्किंग यूनिट सी पढ़ रहे सी, उस दे विच आपां ने पहले नैटवर्किंग बारे जान पहचान कीती सी, किसनूं आपां नैटवर्क बोलदे आ, किहड़ी-किहड़ी किस्म दी हुंदियां ने नैटवर्क दीयां, ठीक है। उस तो बाद आपां एक ओएसआई मॉडल जिसदे आधार ते आपां डाटा ट्रांसमिट करदे हां, किस तरह जिहड़ा डाटा एक कंप्यूटर तो दूजे कंप्यूटर तक जां एक क्लाइंट तो सर्वर तक किवें पहुंचदा, उसदे बारे आपां ने ਉਹਦੀ ਲੇਅਰਸ ਬਾਰੇ ਉਹਦਾ ਕੀ ਕੰਮ ਹੈ ਲੇਅਰਸ ਦਾ, ਉਹਨਾਂ ਬਾਰੇ ਆਪਾਂ ਪੜ੍ਹਿਆ ਸੀ। ਤਾਂ ਅੱਜ ਆਪਾਂ ਗੱਲ ਕਰਾਂਗੇ ਜੀ ਟਰਮੀਨੋਲੋਜੀ ਅਤੇ ਟੈਕਨੋਲੋਜੀ। ਠੀਕ ਹੈ, ਸੈਸ਼ਨ ਨੰਬਰ 3 ਤੁਹਾਡਾ। ਕਹਿੰਦੇ ਨੈਟਵਰਕ ਦੇ ਵਿੱਚ ਤੁਹਾਨੂੰ ਪਤਾ ਹੈ ਡਿਵਾਈਸਿਸ ਵੀ ਹੁੰਦੀਆਂ ਨੇ ਅਤੇ ਕੰਪਿਊਟਰ ਵਿੱਚ ਕਮਿਊਨੀਕੇਸ਼ਨ ਇਲੈਕਟ੍ਰੀਕਲ, ਆਪਟੀਕਲ, ਰੇਡੀਓ ਤਰੰਗਾਂ ਜਿਹੜਾ ਹੁੰਦਾ ਸਿਗਨਲ ਨਾਲ ਹੁੰਦਾ ਜਿਹੜਾ ਆਪਾਂ ਡਾਟਾ ਟ੍ਰਾਂਸਮਿਸ਼ਨ ਹੁੰਦੀ ਹੈ, ਕਮਿਊਨੀਕੇਸ਼ਨ ਹੁੰਦੀ ਹੈ ਕੋਈ ਵੀ, ਉਹ ਓਪਟੀਕਲਸ, ਠੀਕ ਹੈ, ਜਾਂ ਆਪਾਂ ਵਾਇਰਸ ਦੇ ਰਾਹੀਂ ਜਾਂ ਆਪਾਂ ਰੇਡੀਓ ਵੇਵਸ ਦੇ ਰਾਹੀਂ ਕੀ ਕਰਦੇ ਸਿਗਨਲ ਨੂੰ ਟ੍ਰਾਂਸਮਿਟ ਕਰਦੇ। ਜਿਹੜਾ ਸੰਕੇਤ ਹੈ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਜੀ, ਇੱਕ ਬੇਸ ਬੈਂਡ, ਇੱਕ ਬਰੋਡ ਬੈਂਡ। ਠੀਕ ਹੈ ਜੀ, ਬੇਸ ਬੈਂਡ ਕੀ ਹੁੰਦਾਗਾ, ਬੇਸ ਬੈਂਡ ਦੇ ਜਿਹੜਾ ਡਾਟਾ ਹੈ ਡਿਜੀਟਲ ਸਿਗਨਲ ਦੇ ਰਾਹੀਂ ਭੇਜਿਆ ਜਾਂਦਾ, ਜਿਵੇਂ 0 ਤੇ 1 ਦੀ ਭਾਸ਼ਾ ਭੇਜਿਆ। ਠੀਕ ਹੈ, ਇਹ ਮੀਡੀਆ ਦੀ ਬੈਂਡਵਿਡਥ ਵਰਤੋਂ ਕਰਦਾ ਹੈ। ਇਹ ਇੱਕ ਟਾਈਮ ਤੇ ਇੱਕ ਕਮਿਊਨੀਕੇਸ਼ਨ ਨੂੰ ਕੀ ਕਰਦਾ ਜੀ, ਸੰਭਵ ਕਰਦਾ। ਮੰਨ ਲਓ ਇੱਕ ਟਾਈਮ ਤੇ ਇੱਕ ਹੀ ਡਾਟੇ ਨੂੰ ਟ੍ਰਾਂਸਮਿਟ ਕਰਦਾ। ਜਿਹੜੇ ਸਿਗਨਲ ਨੇ ਉਹਨਾਂ ਨੂੰ ਕੋਐਕਸੀਅਲ ਕੇਬਲ, ਜਿਹੜੀ ਆਪਣੇ ਟੀਵੀ ਚੈਨਲ ਜਿਹੜੇ ਹੁਣ ਤੁਸੀਂ ਦੇਖਦੇ ਹੋ, ਇੱਕ ਕੋਐਕਸੀਅਲ ਕੇਬਲ ਯੂਜ਼ ਹੁੰਦੀ ਹੈ। ਟੀਵੀ ਨੂੰ ਆਪਾਂ ਕਨੈਕਟ ਕਰਦੇ ਹਾਂ, ਜਿਹੜੀ ਇੱਕ ਸਿੰਗਲ ਵਾਇਰ ਹੁੰਦੀ ਹੈ, ਜਿਹੜੀ ਵਿਚਾਲੇ ਕੰਡਕਟਰ ਹੁੰਦਾ ਹੈ, ਉਹਨੂੰ ਬੋਲਦੇ ਆ ਕੋਐਕਸੀਅਲ ਕੇਬਲ। ਐਗਜ਼ਾਮਪਲ ਜੇ ਪੁੱਛਣਾ ਹੋਵੇ ਟੀਵੀ ਕੇਬਲ ਦੇ ਆਪਾਂ ਤੁਸੀਂ ਦੱਸ ਸਕਦੇ ਹੋ ਕੋਐਕਸੀਅਲ ਕੇਬਲ। ਟਵਿਸਟਡ ਪੇਅਰ ਕੇਬਲ ਕਿਹੜੀ ਹੁੰਦੀ ਹੈ, ਜਿਹੜੀ ਲੈਂਡ ਨੈਟਵਰਕ ਵਿੱਚ ਯੂਜ਼ ਹੁੰਦੀ ਹੈ। ਫਾਈਬਰ ਆਪਟੀਕਲ ਕੇਬਲ ਦੇ ਰਾਹੀਂ ਕੀ ਡਾਟਾ ਭੇਜਿਆ ਜਾਂਦਾ ਹੈ, ਜਿਹੜਾ ਇਹ ਸਿਗਨਲ ਹੈ, ਠੀਕ ਹੈ, ਡਿਜੀਟਲ ਸਿਗਨਲ ਹੈ। ਤਾਂ ਤਿੰਨ ਦੀ ਆਪਣੇ ਕੋਲ ਕੇਬਲਸ ਨੇ, ਗਾਈਡਡ ਮੀਡੀਆ ਹੈਗਾ, ਕੋਐਕਸੀਅਲ ਕੇਬਲ, ਟਵਿਸਟਡ ਪੇਅਰ ਕੇਬਲ, ਫਾਈਬਰ ਆਪਟੀਕਲ ਕੇਬਲ। ਜਿਹੜਾ ਅੱਜ ਕੱਲ੍ਹ ਦੀ ਟੈਕਨੋਲੋਜੀ ਆ ਉਹ ਫਾਈਬਰ ਆਪਟੀਕਲ ਕੇਬਲ ਦੇ ਰਾਹੀਂ ਸੰਭਵ ਹੋ ਰਹੀ ਹੈ। 5G ਆ ਰਿਹਾ ਹੈ, ਉਹ ਸਾਰਾ ਫਾਈਬਰ ਆਪਟੀਕਲ। ਬੇਸਬੈਂਡ ਬ੍ਰੌਡਬੈਂਡ ਤੋਂ ਜ਼ਿਆਦਾ ਡਾਟਾ ਭੇਜਦਾ ਹੈ, ਠੀਕ ਹੈ। ਜਿਹੜਾ ਬੇਸਬੈਂਡ ਹੈ ਡਾਟਾ ਟ੍ਰਾਂਸਮਿਟ ਕਰਦਾ ਹੈ ਬਹੁਤ ਜ਼ਿਆਦਾ, ਕਿਸ ਤੋਂ, ਬ੍ਰੌਡਬੈਂਡ। ਜਦਕਿ ਬੇਸਬੈਂਡ ਇੱਕ ਸੀਮਿਤ ਏਰੀਆ ਤੱਕ ਹੀ ਲਿਮਿਟ ਹੈ ਇਹਦੀ, ਇੱਕ ਸੀਮਿਤ ਏਰੀਆ ਹੀ ਹੋਵੇ, ਉੱਥੇ ਡਾਟਾ ਟ੍ਰਾਂਸਮਿਟ ਹੋ ਸਕਦਾ ਜਾ ਕੇ। ਇਸ ਦੇ ਵਿੱਚ ਕੀ ਹੈ, TDM ਟਾਈਮ ਡਿਵੀਜ਼ਨ ਮਲਟੀਪਲੈਕਸਿੰਗ, ਠੀਕ ਹੈ। ਜਿਹੜਾ ਬੇਸਬੈਂਡ ਹੈ ਟਾਈਮ ਡਿਵੀਜ਼ਨ ਮਲਟੀਪਲੈਕਸਿੰਗ ਦੀ ਵਰਤੋਂ ਕਰਕੇ ਕੀ ਹੈ, ਸਿੰਗਲ ਕੇਬਲ ਰਾਹੀਂ ਬਹੁਤ ਸਾਰੇ ਸਿਗਨਲ ਕੀ ਭੇਜਦਾ ਹੈ। ਬੇਸਬੈਂਡ ਕੀ ਹੈ, TDM ਜਿਹੜਾ ਟਾਈਮ ਡਿਵੀਜ਼ਨ ਮਲਟੀਪਲੈਕਸਿੰਗ ਦੀ ਵਰਤੋਂ ਕਰਕੇ ਜਿਹੜੇ ਸਿੰਗਲ ਕੇਬਲ ਦੇ ਨਾਲ ਬਹੁਤ ਸਾਰੇ ਸਿਗਨਲ ਭੇਜਦਾ। ਉਦਾਹਰਨ ਜਿਵੇਂ ਇਥਰਨੈਟ ਤੇ ਟੋਕਨ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਬ੍ਰੌਡਬੈਂਡ ਦੀ। ਡੇਟਾ ਨੂੰ ਐਨਾਲੌਗ ਸਿਗਨਲ ਦੇ ਵਿੱਚ ਬੈਂਡਵਿਡਥ ਦਾ ਹਿੱਸਾ ਵਰਤੋਂ ਕਰਕੇ ਭੇਜਿਆ ਜਾਂਦਾ। ਐਨਾਲੌਗ ਤੁਹਾਨੂੰ ਪਤਾ ਇੱਕ ਸਾਈਨ ਵੇਵ ਨੂੰ ਆਪਾਂ ਬੋਲਦੇ ਆ ਐਨਾਲੌਗ, ਠੀਕ ਹੈ। ਇਸ ਦੇ ਵਿੱਚ ਕੀ ਅਲੱਗ-ਅਲੱਗ ਫ੍ਰੀਕੁਐਂਸੀਜ਼ ਹੁੰਦੀਆਂ ਨੇ, ਤੁਹਾਨੂੰ ਪਤਾ ਹੈਗਾ, ਕਿਤੇ ਉਤਾਰ ਆ ਜਾਂਦਾ, ਕਿਤੇ ਚੜ੍ਹਾਅ। ਜਿਵੇਂ ਆਪਣੇ ਇੱਕ ਘਰਾਂ ਦੇ ਵਿੱਚ ਜੇ ਪੁੱਛਿਆ ਜਾਵੇ ਕਿੰਨੇ ਹਰਟਜ਼ ਤੇ ਤੁਹਾਡੀ ਫ੍ਰੀਕੁਐਂਸੀ ਯੂਜ਼ ਹੁੰਦੀ ਹੈ ਇਲੈਕਟ੍ਰਿਸਿਟੀ, ਠੀਕ ਹੈ, ਤਾਂ 50 ਹਰਟਜ਼ 50 ਹਰਟਜ਼ ਤੁਹਾਡੀ ਫ੍ਰੀਕੁਐਂਸੀ ਯੂਜ਼ ਹੁੰਦੀ ਹੈ। ਇਹਦਾ ਮਤਲਬ ਹੁੰਦਾ ਹੈ 1 ਸੈਕਿੰਡ 1 ਮਿੰਟ ਦੇ ਵਿੱਚ ਕਿੰਨੇ ਸਾਈਕਲ ਬਣਦੇ ਨੇ, ਠੀਕ ਹੈ ਜੀ। ਤਾਂ 50 ਸਾਈਕਲ ਬਣਦੇ ਨੇ, ਉਹ ਸਾਈਨ ਵੇਵ 50 ਸਾਈਨ ਵੇਵਸ ਬਣਦੇ ਨੇ 1 ਮਿੰਟ ਦੇ ਵਿੱਚ। ਇੰਨਾ ਜਿਹੜਾ ਟ੍ਰਾਂਸਮਿਟ ਹੁੰਦਾ ਸਿਗਨਲ ਕਰੰਟ। ਸਿਗਨਲ ਨੂੰ ਤੁਹਾਨੂੰ ਦੱਸਿਆ ਫ੍ਰੀਕੁਐਂਸੀ ਡਿਵੀਜ਼ਨ ਮਲਟੀਪਲੈਕਸਿੰਗ ਦੀ ਵਰਤੋਂ ਕਰਕੇ ਅਲੱਗ-ਅਲੱਗ ਚੈਨਲਾਂ ਦੇ ਵਿੱਚ ਵੰਡਿਆ ਜਾਂਦਾ। ਬਟ ਉੱਥੇ ਕੀ ਸੀ, ਇੱਕ ਚੈਨਲ ਦੇ ਰਾਹੀਂ ਵੰਡਿਆ, ਇੱਕ ਚੈਨਲ ਤੇ ਹੀ ਜਾਂਦਾ ਸੀ। ਬਟ ਇੱਥੇ ਕੀ ਹੈ, ਵੱਖ-ਵੱਖ ਚੈਨਲਾਂ ਰਾਹੀਂ ਆਪਾਂ ਡਾਟਾ ਟ੍ਰਾਂਸਮਿਟ। ਉਦਾਹਰਨ ਦਿੱਤੀ ਇਹਨਾਂ ਨੇ XDSL, ਜਿੱਥੇ ਟੈਲੀਫੋਨ ਲਾਈਨ ਨੂੰ ਆਵਾਜ਼, ਕਾਲ ਅਤੇ ਡਾਟਾ ਇੰਟਰਨੈਟ ਕਨੈਕਸ਼ਨ ਲਈ ਵਰਤਿਆ ਜਾਂਦਾ ਹੈ। ਜਿਵੇਂ DSL ਡਿਜੀਟਲ ਸਬਸਕ੍ਰਾਈਬਰ ਲਾਈਨ, ਜਿਹਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ, ਨਾਲ ਨਾਲ ਤੁਹਾਨੂੰ ਇੰਟਰਨੈਟ ਦੀ ਐਕਸੈਸ ਵੀ ਹੋ ਸਕਦਾ। ਤੁਹਾਡੇ ਕੋਲ ਇੱਕ ਡਾਇਗਰਾਮ ਨਜ਼ਰ ਆ ਰਹੀ ਹੈ ਤੁਹਾਨੂੰ, ਸਿੰਗਲ ਚੈਨਲ ਜਿਵੇਂ ਬੋਲਦੇ ਆ, ਇੱਕ ਸੀਰੀਅਲ, ਇੱਕ ਹੁੰਦਾ ਪੈਰਲਲ, ਠੀਕ ਹੈ ਜੀ। ਪੈਰਲਲ ਦਾ ਮਤਲਬ ਕੀ ਹੈ, ਇੱਕ ਤੋਂ ਜ਼ਿਆਦਾ ਆਪਾਂ ਇੱਕ ਕੰਮ ਨੂੰ ਜ਼ਿਆਦਾ ਵਿਅਕਤੀਆਂ ਦੁਆਰਾ ਕਰਾਉਣਾ ਤੇ ਲਾਸਟ ਉਹਨੂੰ ਕੰਬਾਈਨ ਕਰਨਾ, ਠੀਕ ਹੈ। ਜਿਹੜਾ ਸੀਰੀਅਲ ਦੇ ਵਿੱਚ ਕਹਿੰਦਾ ਇੱਕ ਕੰਮ ਇੱਕ ਹੀ ਬੰਦੇ ਦਾ ਕਰਾਉਣਾ, ਇੱਥੇ ਕਿ ਇੱਕ ਸਿੰਗਲ ਚੈਨਲ ਦੇ ਰਾਹੀਂ ਇੱਕ ਕਮਿਊਨੀਕੇਸ਼ਨ ਹੀ ਸੰਭਵ ਹੋਗਾ।
ਇੱਥੇ ਕਿ ਵੱਖ-ਵੱਖ ਜਿਹੜੀਆਂ ਫ੍ਰੀਕੁਐਂਸੀ ਦੇ ਅਕੋਰਡਿੰਗ ਡਾਟਾ ਟ੍ਰਾਂਸਮਿਟ ਹੈ ਉਹ ਸੰਭਵ ਹੋ ਸਕਦਾ ਸਿਗਨਲ ਦੇ। ਉਸ ਤੋਂ ਬਾਅਦ ਗੱਲ ਕਰੀਏ ਆਪਾਂ ਚੈਨਲ ਆਪਰੇਸ਼ਨ। ਠੀਕ ਹੈ, ਤੁਹਾਨੂੰ ਪਤਾ ਹੈ ਜਿਹੜਾ ਡਾਟਾ ਟ੍ਰਾਂਸਮਿਟ ਹੁੰਦਾ ਹੈ ਕਿਸੇ ਚੈਨਲ ਦੇ ਰਾਹੀਂ। ਜਿਵੇਂ ਆਪਾਂ ਗੱਲਬਾਤ ਕਰਦੇ, ਦੋ ਵਿਅਕਤੀ ਜਦੋਂ ਆਪਸੀ ਗੱਲ ਕਰਦੇ ਨੇ ਤਾਂ ਉਹਨਾਂ ਦੇ ਇੱਕ ਮਾਧਿਅਮ ਹੁੰਦਾ, ਚੈਨਲ ਹੁੰਦਾ। ਕੀ ਹੁੰਦਾ? ਏਅਰ ਹੁੰਦਾ, ਹਵਾ ਇੱਕ ਮਾਧਿਅਮ ਹੁੰਦਾ, ਚੈਨਲ, ਜਿਸ ਦੇ ਰਾਹੀਂ ਉਹਨਾਂ ਦੀ ਇੱਕ ਕਨਵਰਸੇਸ਼ਨ ਜਿਹੜੀ ਇੱਕ ਥਾਂ ਤੋਂ ਦੂਜੀ ਥਾਂ ਹੋ ਜਾਂਦੀ। ਜੇ ਤੁਸੀਂ ਗੱਲਬਾਤ ਕਰਦੇ ਹੋ ਕਮਿਊਨੀਕੇਸ਼ਨ ਦੇ ਵਿੱਚ, ਇੱਕ ਏਅਰ ਕੀ ਹੁੰਦਾ, ਹਵਾ ਕੀ ਹੁੰਦੀ, ਇੱਕ ਚੈਨਲ ਹੁੰਦਾ। ਤਾਂ ਜਦੋਂ ਤੁਸੀਂ ਦੇਖਦੇ ਹੋ ਕਿ ਕਮਰੇ ਦੇ ਵਿੱਚ ਬੰਦ ਹੈਗਾ, ਠੀਕ ਹੈ, ਆਪਾਂ ਬੋਲੀਏ ਤਾਂ ਉੱਥੇ ਹੀ ਆਵਾਜ਼ ਆਪਾਂ ਨੂੰ ਗੂੰਜਦੀ ਦਿਖਦੀ ਹੈ, ਕਿਉਂਕਿ ਉਹ ਹਵਾ ਕੀ ਹੈ ਉੱਥੇ ਨਜ਼ਰ ਆਉਂਦੀ ਹੈ। ਤਾਂ ਚੈਨਲ ਆਪਰੇਸ਼ਨ ਜੁੜੇ ਹੋਏ ਕੰਪਿਊਟਰ ਜਾਂ ਡਿਵਾਈਸਿਸ ਵਿਚਕਾਰ ਸੰਚਾਰ ਦੇ ਮਾਧਿਅਮ ਨੂੰ ਚੈਨਲ ਆਪਰੇਸ਼ਨ ਕਹਿੰਦੇ। ਜਿਹੜਾ ਵੀ ਉਹਦੇ ਵਿੱਚ ਸੰਚਾਰ ਹੁੰਦਾ ਹੈਗਾ, ਮਾਧਿਅਮ ਜਿਹੜਾ ਵੀ ਆਪਣਾ ਚੈਨਲ ਬਣਿਆ ਹੈਗਾ, ਉਸ ਨੂੰ ਕੀ ਬੋਲਦੇ ਆਪਾਂ? ਸਾਰੀ ਚੀਜ਼ ਨੂੰ ਆਪਰੇਸ਼ਨ। ਜਿਹੜਾ ਚੈਨਲ ਆਪਰੇਸ਼ਨ ਹੈ, ਤੁਹਾਨੂੰ ਪਤਾ ਡਾਟਾ ਇਹਨੂੰ ਆਪਾਂ ਟ੍ਰਾਂਸਮਿਸ਼ਨ ਕਹਿੰਦੇ ਆ, ਤਿੰਨ ਤਰ੍ਹਾਂ ਦਾ ਹੁੰਦਾ ਹੈਗਾ: ਸਿੰਪਲੈਕਸ, ਹਾਫ ਡੁਪਲੈਕਸ ਅਤੇ ਫੁੱਲ ਡੁਪਲੈਕਸ। ਸਿੰਪਲੈਕਸ ਕੀ ਹੁੰਦਾ? ਇੱਕ ਤਰਫੀ ਕਮਿਊਨੀਕੇਸ਼ਨ ਦਾ, ਜਿਵੇਂ ਰੇਡੀਓ ਕਮਿਊਨੀਕੇਸ਼ਨ। ਤੁਸੀਂ ਟੀਵੀ ਚੈਨਲ ਦੇਖਦੇ ਹੋ, ਤੁਹਾਨੂੰ ਇਕੱਲਾ ਰਿਸੀਵਰ ਹੋ ਰਿਹਾ ਹੈਗਾ ਤੁਹਾਨੂੰ, ਠੀਕ ਹੈ, ਤੁਹਾਨੂੰ ਚੈਨਲ ਕੀ ਰਿਸੀਵ ਹੋ ਰਹੇ ਨੇ, ਬਸ ਤੁਸੀਂ ਦੇਖ ਰਹੇ ਹੋ ਕਿ ਉਹਦੇ ਚ ਵਾਪਸ ਨਹੀਂ ਕਹਿੰਦੇ ਲੈ ਵੀ 2 ਮਿੰਟ ਖੜ ਜਾ ਮੈਂ ਫੇਰ ਆ ਕੇ ਸੀਰੀਅਲ ਚਲਾਈ ਜਾ। ਠੀਕ ਹੈ, ਆਪਾਂ ਇਸ ਤਰ੍ਹਾਂ ਦੀ ਗੱਲਾਂ ਨਹੀਂ ਕਹਿੰਦੇ। ਜਿਹੜਾ ਆਪਾਂ ਨੂੰ ਚੈਨਲ ਦੇ ਰਾਹੀਂ ਕੋਈ ਵੀ ਚੀਜ਼ ਆ ਰਹੀ ਹੈ, ਰਿਸੀਵ ਹੋ ਰਹੀ ਹੈ, ਕਿ ਉਹ ਬ੍ਰੋਡਕਾਸਟ ਇੱਕ ਚੈਨਲ ਦੇ ਰਾਹੀਂ ਕੀ ਹੈ ਆਪਾਂ ਸਾਰਿਆਂ ਨੂੰ ਮਿਲ ਰਹੀ ਹੈ, ਬ੍ਰੋਡਕਾਸਟ। ਜਿਵੇਂ ਕੋਈ ਸਟਾਰ ਪਲੱਸ ਹੈ ਜਾਂ ਕੋਈ ਸੌਂਗ ਹੈ, ਪਟਾਰ ਹੈ, ਕੁਝ ਵੀ ਹੈ, ਤਾਂ ਬਸ ਉਹਨਾਂ ਦੇ ਰਾਹੀਂ ਕੋਈ ਵੀ ਮੂਵੀ ਚੱਲਦੀ ਹੈ, ਆਪਾਂ ਉਹਨਾਂ ਨੂੰ ਖੜਾਉਂਦੇ ਨਹੀਂ ਆਪਦੇ ਆਪਾਂ ਕਿ ਖੜ ਜਾ ਤੂੰ 2 ਮਿੰਟ ਬਾਅਦ ਚ ਐਕਸ਼ਨ ਕਰੀ। ਤਾਂ ਇੱਕ ਤਰਫੀ ਕਮਿਊਨੀਕੇਸ਼ਨ। ਹਾਫ ਡੁਪਲੈਕਸ ਦੇ ਵਿੱਚ ਕੀ ਹੁੰਦਾ ਹੈ? 2 ਤਰਫੀ ਹੁੰਦੀ ਹੈ, ਬਟ ਇੱਕੋ ਟਾਈਮ ਤੇ ਇੱਕ ਹੀ ਜਿਹੜਾ ਡਾਟਾ ਟ੍ਰਾਂਸਮਿਟ ਹੋ ਸਕਦਾ, ਜਿਵੇਂ ਬਾਕੀ ਟੱਕੀ ਹੈ। ਜਿਵੇਂ ਪਹਿਲਾਂ ਦੂਸਰਾ ਵਿਅਕਤੀ ਬੋਲੂਗਾ, ਫਿਰ ਦੂਸਰਾ ਵਿਅਕਤੀ। ਜਿਵੇਂ ਤੁਸੀਂ ਆਮ ਆਰਮੀ ਵਿੱਚ ਦੇਖਦੇ ਹੋਗੇ, ਓਵਰ ਐਂਡ ਆਊਟ, ਓਵਰ ਐਂਡ ਆਊਟ, ਹੈਲੋ ਹੈਲੋ, ਓਵਰ ਐਂਡ ਆਊਟ, ਇਸ ਤਰ੍ਹਾਂ ਬੋਲਦੇ ਨੇ। ਫੁੱਲ ਡੁਪਲੈਕਸ ਦੇ ਵਿੱਚ ਕੀ, ਜਦੋਂ ਦੋਵੇਂ ਪਾਸੇ ਕੀ ਹੈ ਇੱਕੋ ਟਾਈਮ ਤੇ ਆਪਾਂ ਡਾਟਾ ਟ੍ਰਾਂਸਮਿਟ ਵੀ ਕਰਦੇ ਹਾਂ, ਰਿਸੀਵ ਵੀ ਕਰਦੇ। ਜੇ ਤੁਸੀਂ ਟੂ ਵੇ ਆਪਾਂ ਸੜਕ ਦੇ ਰੋਡ ਦੇਖਦੇ ਹਾਂ, ਉੱਧਰੋਂ ਗੱਡੀਆਂ ਆਈ ਵੀ ਜਾਂਦੀਆਂ, ਜਾਈ ਵੀ ਜਾਂਦੀਆਂ ਇੱਕੋ ਟਾਈਮ। ਇਹਨਾਂ ਨੇ ਐਗਜ਼ਾਮਪਲ ਦਿੱਤਾ ਟੈਲੀਫੋਨ। ਉਸ ਤੋਂ ਬਾਅਦ ਗੱਲ ਆ ਗਈ ਜੀ ਮਲਟੀਪਲ ਸਿਗਨਲ ਦੇ ਤਰੀਕੇ, ਮਲਟੀਪਲ ਸਿਗਨਲ ਮੈਥਡਸ। ਜਦੋਂ ਕਹਿੰਦੇ ਬਹੁਤ ਸਾਰੇ ਡਿਵਾਈਸਾਂ ਅਤੇ ਕੰਪਿਊਟਰਾਂ ਨੂੰ ਨੈਟਵਰਕ ਦੇ ਨਾਲ ਜੋੜਿਆ ਜਾਂਦਾ ਹੈ। ਤੁਹਾਨੂੰ ਪਤਾ ਡਿਵਾਈਸਿਸ ਜਿਵੇਂ ਕਿ ਕੀਬੋਰਡ ਹੋਇਆ, ਪ੍ਰਿੰਟਰ ਹੋਇਆ, ਹੋਰ ਹੱਬ ਹੋਇਆ, ਰਾਊਟਰ ਹੋਇਆ, ਬਹੁਤ ਸਾਰੇ ਡਿਵਾਈਸ ਘਰ ਨੇੜੇ ਜੋੜੇ ਜਾਂਦੇ ਨੇ ਕੰਪਿਊਟਰਾਂ ਨੂੰ ਨੈਟਵਰਕ ਦੇ ਨਾਲ। ਠੀਕ ਹੈ, ਤਾਂ ਇਹ ਬਹੁਤ ਸਾਰੇ ਸਿਗਨਲਾਂ ਦੀ ਵਰਤੋਂ ਕਰਦੇ, ਤੁਹਾਨੂੰ ਪਤਾ, ਜਿਹੜੇ ਕਿ ਸਰੋਤ ਨਾਲ ਜੁੜਦੇ ਨੇ। ਸਰੋਤ ਨਾਲ ਮਤਲਬ ਜਿੱਥੇ ਤੁਸੀਂ ਬੈਠੇ ਹੋ ਸਰੋਤ, ਤੇ ਜਿੱਥੇ ਡਾਟਾ ਭੇਜਣਾ ਹੈ ਉਹ ਕੀ ਡੈਸਟੀਨੇਸ਼ਨ। ਠੀਕ ਹੈ, ਸੋਰਸ ਇੱਕ ਹੁੰਦਾ, ਇੱਕ ਡੈਸਟੀਨੇਸ਼ਨ। ਸੋਰਸ ਦਾ ਮਤਲਬ ਆਪਾਂ ਕਿੱਥੋਂ, ਮੰਨ ਲਓ ਕਿਤੇ ਆਪਾਂ ਨੇ ਜਾਣਾ ਹੈ, ਠੀਕ ਹੈ, ਤੁਸੀਂ ਬੁਢਲਾਡੇ ਤੋਂ ਜਾਣਾ ਹੈ, ਮਾਨਸਾ ਤੋਂ ਜਾਣਾ ਹੈ, ਮਾਨਸਾ ਤੋਂ ਲੈ ਕੇ ਚੰਡੀਗੜ੍ਹ, ਚੰਡੀਗੜ੍ਹ ਕੀ ਉਹ ਡੈਸਟੀਨੇਸ਼ਨ ਹੋ ਗਿਆ, ਮਾਨਸਾ ਕੀ ਹੋਗਾ ਸੋਰਸ। ਤਾਂ ਇਸ ਤਕਨੀਕ ਨੂੰ ਕਹਿੰਦੇ ਆ ਮਲਟੀਪਲੈਕਸਿੰਗ। ਜਿਹੜੇ ਸਿਗਨਲ ਨੇ ਉਹਨਾਂ ਦੀ ਵਰਤੋਂ ਕਰਦੇ ਆ, ਤਾਂ ਉੱਥੇ ਵੱਖ-ਵੱਖ ਕੀਤੇ ਜਾਂਦੇ ਨੇ, ਜਿਹਨੂੰ ਕੀ ਬੋਲਦੇ ਆਪਾਂ ਮਲਟੀਪਲੈਕਸਿੰਗ। ਮਲਟੀਪਲੈਕਸਿੰਗ ਲਈ ਕੀ ਹੈ, ਸਿਗਨਲ ਨੂੰ ਮਲਟੀਪਲੈਕਸਿੰਗ, ਡੀਮਲਟੀਪਲੈਕਸਿੰਗ ਕਰਨ ਦੇ ਲਈ ਆਪਾਂ ਜਿਹੜੇ ਡਿਵਾਈਸਿਸ ਨੂੰ ਵਰਤਦੇ ਆ ਉਹਨੂੰ ਕਹਿੰਦੇ ਮਲਟੀਪਲੈਕਸਰ ਕਿਹਾ। ਤਾਂ ਹੁਣ ਜਿਹੜੀ ਮਲਟੀਪਲੈਕਸਿੰਗ ਹੈਗੀ, ਠੀਕ ਹੈ, ਸਿਗਨਲਾਂ ਨੂੰ ਟ੍ਰਾਂਸਮਿਟ ਕਰਨ ਦੇ ਲਈ ਸੋਰਸ ਤੋਂ ਡੈਸਟੀਨੇਸ਼ਨ, ਉਹ 2 ਤਰ੍ਹਾਂ ਦੀ ਹੋ ਸਕਦੀ ਹੈ, TDM ਅਤੇ TDM ਤੁਹਾਨੂੰ ਦੱਸਿਆ ਗਿਆ ਟਾਈਮ ਡਿਵੀਜ਼ਨ ਮਲਟੀਪਲੈਕਸ। ਇੱਕ ਤਰੀਕਾ ਕਹਿੰਦੇ, ਇੱਕ ਵੇ ਹੈ ਇਹ, ਜਿਸ ਵਿੱਚ ਬਹੁਤ ਸਿਗਨਲ ਨੇ, ਕਈ ਸਿਗਨਲ ਨੇ, ਉਹ ਸਿੰਗਲ ਟ੍ਰਾਂਸਮਿਸ਼ਨ ਮੀਡੀਆ ਰਾਹੀਂ
ਜੋੜਿਆ ਅਤੇ ਭੇਜੇ ਜਾਂਦੇ, ਜਿਵੇਂ ਵਾਇਰਡ ਅਤੇ ਰੇਡੀਓ ਤਰੰਗਾਂ। ਵਾਇਰ ਅਤੇ ਰੇਡੀਓ ਤਰੰਗਾਂ ਇਸ ਨੂੰ ਟਾਈਮ ਸ਼ੇਅਰਿੰਗ ਦੀ ਵਰਤੋਂ ਨਾਲ ਪ੍ਰਾਪਤ ਕੀਤਾ ਜਾਂਦਾ ਹੈ। ਇੱਕ ਸਾਈਕਲ, ਸਾਈਕਲ ਦਾ ਮਤਲਬ ਆਪਣਾ ਸਾਈਕਲ ਜਿਹੜਾ ਚਲਾਉਂਦੇ ਆ, ਸਾਈਕਲ ਨਹੀਂ ਕਹਿੰਦੇ ਆਪਾਂ, ਜਿਵੇਂ ਤੁਹਾਨੂੰ ਦੱਸ ਇੱਕ ਸਾਈਨ ਵੇਵ ਹੈ, ਇੱਕ ਪ੍ਰੋਪਰ ਜਦੋਂ ਕੰਪਲੀਟ ਹੋ ਜਾਂਦੀ ਹੈ ਉਹਨੂੰ ਕੇਵਲ ਇੱਕ ਸਾਈਕਲ। ਜਿਵੇਂ ਤੁਹਾਨੂੰ ਦੱਸਿਆ ਕਿੰਨੇ ਸਾਈਕਲ ਕੰਪਲੀਟ ਕਰਦਾ 1 ਮਿੰਟ ਦੇ ਵਿੱਚ ਕਰੰਟ, ਜਿਹਨੂੰ ਆਪਾਂ ਫ੍ਰੀਕੁਐਂਸੀ ਬੋਲਦੇ ਹਾਂ 50 ਸਾਈਕਲ। ਤਾਂ ਸਾਈਕਲ ਦੇ ਵਿੱਚ ਨਿਰਧਾਰਿਤ ਕੀਤੇ ਸਮੇਂ ਲਈ ਮਲਟੀਪਲ ਸਿਗਨਲ ਸੰਕੇਤ ਭੇਜੇ ਕਿ ਹਾਂ ਵੀ ਇੰਨੇ ਤੋਂ ਲੈ ਕੇ ਇੰਨੇ ਟਾਈਮ ਦੇ ਵਿੱਚ ਇੰਨੇ ਸਾਈਕਲ ਦੇ ਵਿੱਚ ਇੰਨੇ ਸਿਗਨਲ ਭੇਜੇ। ਉਦਾਹਰਨ ਲਈ ਕੀ ਦਿੱਤਾ ਜੀ, ਇੱਕ ਯੰਤਰ ਬਹੁਤ ਸਾਰੇ ਸਿਗਨਲ ਨੂੰ ਹਰ ਸੈਕਿੰਡ ਭੇਜਦਾ ਹੈ ਅਤੇ ਪ੍ਰਾਪਤ। ਉਸ ਤੋਂ ਬਾਅਦ ਗੱਲ ਆ ਗਈ ਜੀ ਐਫਡੀਐਮ। ਐਫਡੀਐਮ ਦਾ ਜੇ ਕਿਸੇ ਨੇ ਪੁੱਛਿਆ ਪੂਰਾ ਨਾਮ ਕੀ ਹੈ, ਫ੍ਰੀਕੁਐਂਸੀ ਡਿਵੀਜ਼ਨ ਮਲਟੀਪਲੈਕਸ। ਇਹ ਵੀ ਇੱਕ ਅਜਿਹਾ ਤਰੀਕਾ ਹੈ ਜਿਸ ਵਿੱਚ ਬਹੁਤ ਸਾਰੇ ਜਿਹੜੇ ਸਿਗਨਲ ਨੇ ਅਲੱਗ-ਅਲੱਗ ਫ੍ਰੀਕੁਐਂਸੀਆਂ, ਜਿਵੇਂ ਤੁਸੀਂ ਰੇਡੀਓ ਦੇਖਦੇ ਹੋ ਆਮ ਆਪਣੇ ਮੋਬਾਈਲ ਦੇ ਵਿੱਚ ਰੇਡੀਓਜ਼ ਹੁੰਦੇ ਨੇ, ਅਲੱਗ-ਅਲੱਗ ਫ੍ਰੀਕੁਐਂਸੀ ਹੁੰਦੇ ਨੇ, ਹਰ ਇੱਕ ਚੈਨਲ ਦੀ ਅਲੱਗ-ਅਲੱਗ ਫ੍ਰੀਕੁਐਂਸੀ। ਕਿਸੇ ਦੀ 101.3 ਹੁੰਦੀ ਹੈ, ਕਿਸੇ ਦੀ 101.2 ਸਮਥਿੰਗ ਹੁੰਦੀ ਹੈ। ਵੱਖ ਫ੍ਰੀਕੁਐਂਸੀਆਂ ਨਾਲ ਤੁਹਾਨੂੰ ਕੀ ਉਹ ਡਾਟਾ ਟ੍ਰਾਂਸਮਿਟ ਭੇਜਦੇ ਨੇ ਜਿਹੜੇ ਸਿਗਨਲ ਟਾਵਰ ਦੇ ਰਾਹੀਂ, ਆਪਣੇ ਰੇਡੀਓ ਟਾਵਰ ਦੇ ਰਾਹੀਂ, ਤਾਂ ਤੁਹਾਨੂੰ ਕੀ ਰਿਸੀਵ ਹੁੰਦਾ। ਤੁਹਾਡੇ ਘਰਾਂ ਦੇ ਵਿੱਚ ਕਦੇ ਆਮ ਰੇਡੀਓ ਜਾਂ FM ਰੇਡੀਓ ਆਪਣੇ ਮੋਬਾਈਲਾਂ ਦੇ ਵਿੱਚ ਹੈ, ਤਾਂ ਉਹਨਾਂ ਦੀ ਵੀ ਕੀ ਹੈ ਫ੍ਰੀਕੁਐਂਸੀ ਅਲੱਗ-ਅਲੱਗ ਹੁੰਦੀ ਹੈ ਹਰ ਇੱਕ ਮਾਧਿਅਮ ਚੈਨਲ ਦੀ, ਜਿਸ ਦੇ ਰਾਹੀਂ ਤੁਹਾਨੂੰ ਕੀ ਡਾਟਾ ਜਿਹੜਾ ਰਿਸੀਵ ਹੋ ਰਿਹਾ ਵੱਖ-ਵੱਖ ਚੈਨਲਾਂ ਰਾਹੀਂ ਵੱਖ-ਵੱਖ ਹੋ ਰਿਹਾ। ਇਸ ਤਰੀਕੇ ਦੀ ਵਰਤੋਂ ਕਰਕੇ ਇੱਕ ਚੈਨਲ ਰਾਹੀਂ ਇੱਕ ਹੀ ਟਾਈਮ ਬਹੁਤ ਸਾਰੇ ਸਿਗਨਲ ਭੇਜੇ ਜਾ ਸਕਦੇ। ਜਿਹਨੂੰ ਹੁਣ ਲੋੜ ਹੈ ਕਿ ਮੰਨ ਲਓ ਮੈਨੂੰ ਕੋਈ ਗਾਣੇ ਸੁਣਨੇ ਵਾਲਾ ਗਾਣੇ ਵਾਲਾ ਫ੍ਰੀਕੁਐਂਸੀ ਉਹ ਸਿਗਨਲ ਸੁਣੂਗਾ, ਕਿਸੇ ਨੇ ਕੋਈ ਸੀਰੀਅਲ ਵਾਲੇ ਦੇਖਣਾ ਸੀਰੀਅਲ, ਕੋਈ ਨਿਊਜ਼ ਵਾਲਾ ਦੇਖਣਾ ਨਿਊਜ਼ ਵਾਲਾ ਦੇਣਾ। ਤਾਂ ਜਿਹੜੇ ਬਹੁਤ ਸਾਰੇ ਜਿਹੜੇ ਸਿਗਨਲ ਨੇ ਇੱਕ ਟਾਈਮ ਤੇ ਭੇਜ ਸਕਦੇ ਆ, ਠੀਕ ਹੈ। ਤਾਂ ਉਸ ਦੇ ਲਈ ਕੀ ਕਰਦੇ ਆਪਾਂ ਐਫਡੀਐਮ ਦੀ ਵਰਤੋਂ। ਉਦਾਹਰਨ ਦੇ ਲਈ ਕਹਿੰਦੇ ਜਿੱਥੇ ਇੱਕ ਡਿਵਾਈਸ ਬਹੁਤ ਸਾਰੀਆਂ ਫ੍ਰੀਕੁਐਂਸੀ ਦੀ ਵਰਤੋਂ ਕਰਕੇ ਇੱਕੋ ਸਮੇਂ ਤੇ ਬਹੁਤ ਸਾਰੇ ਸਿਗਨਲ ਭੇਜਦਾ ਹੈ, ਜਿਵੇਂ ਰੇਡੀਓ ਐਫਐਮ ਦੱਸਿਆ ਤੁਹਾਨੂੰ, ਕੇਬਲ ਟੀਵੀ ਤੁਹਾਨੂੰ ਪਤਾ ਹੈ ਇੱਕ ਚੈਨਲ ਤੇ ਕੁਝ ਹੋਰ ਚੱਲੇ ਦੂਸਰੇ ਤੇ ਕੁਝ ਹੋਰ ਚੱਲਦਾ ਹੈ, ਠੀਕ ਹੈ। ਤੇ ਕਿਸੇ ਖਾਸ ਚੈਨਲ ਨੂੰ ਟਿਊਨ ਕਰਕੇ ਆਖਰੀ ਡਿਵਾਈਸ ਨੂੰ ਚੈਨਲ ਪ੍ਰਾਪਤ। ਟਾਈਮ ਡਿਵੀਜ਼ਨ ਦੱਸਦਾ ਜਿਵੇਂ ਕਿ ਇੱਕ ਸਿਗਨਲ ਹੈ, ਮੰਨ ਲਓ ਉਹਨੂੰ ਟਾਈਮ ਦਿੱਤਾ ਕਿ ਤੂੰ 5 ਮਿੰਟ ਜਾਣਾ ਵੀ, 5 ਮਿੰਟ ਕਿਸੇ ਹੋਰ ਨੂੰ ਦੇਵਾਂਗੇ। ਜਿਵੇਂ ਕਿਸੇ ਟਰਨ ਬਾਈ ਟਰਨ, ਕਿਸੇ ਕੰਮ ਨੂੰ ਕਰਨ ਦੇ ਲਈ 1 ਘੰਟਾ ਲੱਗਣਾ ਹੈ, ਠੀਕ ਹੈ। ਐਂ ਨਾ ਹੋਵੇ 1 ਘੰਟਾ ਕੰਮ ਕਰਨ ਦੇ ਲਈ ਦੂਸਰਾ ਜਿਹੜਾ ਵਿਅਕਤੀ ਆ ਉਹ ਉਹਨਾਂ ਟਾਈਮ ਵੇਟ ਕਰੇ। ਤਾਂ ਜਿਵੇਂ ਜਿਵੇਂ ਉਹਨੂੰ ਕਹਾਂਗੇ ਹਾਂ ਵੀ 5 ਮਿੰਟ ਤੂੰ ਲੈ ਲਾ, 5 ਮਿੰਟ ਇਹ ਕੰਮ ਕਰੂਗਾ, ਫਿਰ 5 ਮਿੰਟ ਤੂੰ, ਰੋਟੇਸ਼ਨ ਵਾਈਜ਼, ਤਾਂ ਉਹਨੂੰ ਉੱਥੇ ਹੀ ਸੇਵ ਕਰਕੇ ਆਪਾਂ ਅੱਗੇ ਡਾਟਾ ਭੇਜ ਕਰਾਂਗੇ। ਫ੍ਰੀਕੁਐਂਸੀ ਦੇ ਵਿੱਚ ਕੀ ਹੁੰਦਾ ਗਾ, ਆਪਾਂ ਵੱਖ-ਵੱਖ ਫ੍ਰੀਕੁਐਂਸੀਆਂ ਦੇ ਰਾਹੀਂ ਕੀ ਸਿਗਨਲ ਭੇਜੇ ਜਾਂਦੇ ਇੱਕੋ ਹੀ ਟਾਈਮ, ਜਿਹਨੂੰ ਜਿਹਦੀ ਲੋੜ ਹੈਗੀ ਆਪਣਾ ਉਸੇ ਅਕੋਰਡਿੰਗ ਨੂੰ ਚੂਜ਼। ਹੁਣ ਡਾਟਾ ਨੂੰ ਭੇਜਣ ਦੇ ਤਰੀਕੇ ਕੀ ਨੇ, ਡਾਟਾ ਟ੍ਰਾਂਸਮਿਸ਼ਨ ਮੈਥਡ। ਡਾਟਾ ਨੂੰ ਆਪਾਂ ਵੱਖ-ਵੱਖ ਤਰੀਕੇ ਨਾਲ ਭੇਜ ਸਕਦੇ ਹਾਂ। ਪਹਿਲਾ ਸਰਕਟ ਸਵਿਚਿੰਗ, ਇਸ ਤਰੀਕੇ ਨਾਲ ਆਖਰੀ ਪੁਆਇੰਟ ਤੇ, ਮੰਨ ਲਓ ਜਿੱਥੇ ਡੈਸਟੀਨੇਸ਼ਨ ਹੈ, ਆਖਰੀ ਪੁਆਇੰਟ ਤੇ ਡਾਟਾ ਭੇਜਣ ਤੋਂ ਪਹਿਲਾਂ ਇੱਕ ਰਸਤਾ ਬਣਾਇਆ ਜਾਂਦਾ। ਜਿਵੇਂ ਤੁਸੀਂ ਕਿਤੇ ਜਾਣਾ ਹੈਗਾ, ਤੁਸੀਂ ਇੱਕ ਪਲਾਨ ਬਣਾਉਣਾ ਕਿ ਹਾਂ ਵੀ ਇਸ ਰਸਤੇ ਜਾਣਾ, ਜਾਂ ਆਪਾਂ ਕਿਸੇ ਪਾਣੀ ਵਾਲੀ ਪਾਈਪ ਦੇ ਰਾਹੀਂ ਕਹਿੰਦੇ ਇਸ ਰਾਹੀਂ ਜਿਹੜਾ ਪਾਣੀ ਹੈ ਇਸ ਥਰੂ ਹੋਣਾ, ਇੱਕ ਰਸਤਾ ਬਣਾਇਆ ਜਾਂਦਾ। ਜਦੋਂ ਉਹ ਰਸਤਾ ਬਣ ਜਾਂਦਾ ਹੈ ਤਾਂ ਉਹਨੂੰ ਕੋਈ ਹੋਰ ਯੂਜ਼ ਨਹੀਂ ਕਰ ਸਕਦਾ। ਮੰਨ ਲਓ ਤੁਸੀਂ ਯੂਜ਼ ਕਰ ਰਹੇ ਹੋਗੇ ਤਾਂ ਉਹੀ ਹੀ ਯੂਜ਼ ਕਰੋਗੇ, ਉਹ ਜਗ੍ਹਾ ਦੇ ਵਿੱਚ ਉਹ ਰਸਤਾ ਬਣ ਗਿਆ, ਉਸ ਨੂੰ ਤੁਸੀਂ ਹੀ ਯੂਜ਼ ਕਰ ਸਕਦੇ ਉਹਨਾਂ ਟਾਈਮ, ਜਿੰਨਾ ਟਾਈਮ ਤੁਹਾਡਾ ਡਾਟਾ ਕੀ ਟ੍ਰਾਂਸਮਿਟ ਨਹੀਂ ਹੋ। ਜਿਵੇਂ ਡਾਇਲ ਅਪ ਹੈ, ISDN ਹੈ, ਇੰਟੀਗ੍ਰੇਟਡ ਸਰਵਿਸ ਡਿਜੀਟਲ ਨੈਟਵਰਕ। ਪੈਕਟ ਦੇ ਵਿੱਚ ਕੀ ਹੁੰਦਾ ਗਾ, ਇਸ ਢੰਗ ਨਾਲ ਡਾਟੇ ਨੂੰ ਬਲੌਕ ਵਿੱਚ ਵੰਡ ਦਿੱਤਾ ਜਾਂਦਾ ਹੈ। ਜੇ ਵੱਖ-ਵੱਖ ਬਲੌਕਸ ਬਣਦੇ ਜਿਨ੍ਹਾਂ ਨੂੰ ਆਪਾਂ ਪੈਕਟ ਕਹਿੰਦੇ ਆ, ਜਿਹੜੇ ਬਹੁਤ ਸਾਰੇ ਪੈਕਟ ਨੇ ਅਲੱਗ-ਅਲੱਗ ਰਸਤਿਆਂ ਰਾਹੀਂ ਦੋ ਜ਼ਿਆਦਾ ਡਿਵਾਈਸਾਂ ਦੇ ਸੰਚਾਰ ਦੀ ਆਗਿਆ ਦੇ ਕੇ ਇੱਕ ਸਮੇਂ ਤੇ ਭੇਜਿਆ। ਇੱਕ ਬਿਨਾਂ ਕਨੈਕਸ਼ਨ ਹੋ ਸਕਦਾ। ਤੁਹਾਨੂੰ ਦੱਸਿਆ ਦੋ ਤਰ੍ਹਾਂ ਦੇ ਕਨੈਕਸ਼ਨ ਨੇ, ਇੱਕ ਕਨੈਕਸ਼ਨ ਓਰੀਐਂਟਡ, ਇੱਕ ਕਨੈਕਸ਼ਨ ਲੈਸ। ਇਹ ਟਰਾਂਸਪੋਰਟ ਲੇਅਰ ਦੇ ਵਿੱਚ ਤੁਹਾਨੂੰ ਸਮਝਾਇਆ ਸੀ, ਜਿਹੜਾ ਡਾਟਾ ਟ੍ਰਾਂਸਮਿਟ ਹੁੰਦਾ ਗਾ ਉਹ ਦੋ ਤਰੀਕਿਆਂ ਨਾਲ ਹੁੰਦਾ ਗਾ। ਜਿਹੜਾ ਕਨੈਕਸ਼ਨ ਓਰੀਐਂਟਡ ਹੁੰਦਾ, ਇੱਕ ਕਨੈਕਸ਼ਨ ਓਰੀਐਂਟਡ ਦੀ ਤੁਹਾਨੂੰ ਐਗਜ਼ਾਮਪਲ ਦਿੱਤੀ ਜਿਹਨੂੰ ਟੈਲੀਫੋਨ ਲਾਈਨ ਹੈ। ਜੇ ਤੁਸੀਂ ਡਾਇਲ ਨੰਬਰ ਕਰ ਦਿਓਗੇ, ਉਹ ਜਿਹੜਾ ਨੰਬਰ ਹੈ ਉਸੇ ਵਿਅਕਤੀ ਕੋਲ ਮਿਲੂਗਾ ਜਿਹਦਾ ਹੈਗਾ ਸਹੀ। ਪਹਿਲਾਂ ਐਸਟੈਬਲਿਸ਼ ਕਰ ਦਿਓ, ਫਿਰ ਗੱਲਬਾਤ ਕਰਦੇ ਹੋ, ਫਿਰ ਡਿਸਕਨੈਕਟ। ਬਟ ਜਿਹੜਾ
ਕਨੈਕਸ਼ਨ ਲੈਸ ਦੀ ਗੱਲ ਕੀਤੀ ਸੀ, ਜਿਵੇਂ ਤੁਹਾਨੂੰ ਇੱਕ ਲੈਟਰ ਬਾਕਸ ਦੀ ਐਗਜ਼ਾਮਪਲ ਦਿੱਤੀ, ਤੁਹਾਨੂੰ ਐ ਨਹੀਂ ਪਤਾ ਕਿ ਉਹ ਲੈਟਰ ਕਿਹੜੇ ਰਸਤੇ ਹੋ ਕੇ, ਕਿ ਬਾਇਆ ਬਲਾਡਾ ਹੋ ਕੇ ਆਊਗਾ, ਬਾਇਆ ਕਲੀਪੁਰ ਹੋ ਕੇ ਆਊਗਾ, ਕਿਸ ਰਾਹੀਂ ਆਊਗਾ ਤੁਹਾਡੇ ਕੋਲ ਜਿਹੜਾ ਡਾਕੀਏ, ਜਾਂ ਕੋਈ ਵੀ ਜਿਹੜਾ ਤੁਹਾਡਾ ਲੈਟਰ ਆ ਰਿਹਾ ਕਿਸ ਰਾਹੀਂ ਆ ਰਿਹਾ, ਕਿਹੜੇ ਰਸਤੇ ਰਾਹੀਂ ਆ ਰਿਹਾ, ਸੌਰੀ। ਤਾਂ ਉਹ ਬਿਨਾਂ ਕਨੈਕਸ਼ਨ ਤੋਂ ਜਾਂ ਕਨੈਕਸ਼ਨ ਨਾਲ ਹੋ ਸਕਦਾ। ਇਹ ਬਿਨਾਂ ਕਨੈਕਸ਼ਨ ਵਾਲੇ ਮੋਡ ਵਿੱਚ ਰੂਟਿੰਗ ਲਈ ਹਰ ਇੱਕ ਪੈਕਟ ਕੋਲ ਆਪਣਾ ਸਰੋਤ ਤੇ ਡੈਸਟੀਨੇਸ਼ਨ ਹੁੰਦਾ ਹੈ, ਤੇ ਉਹ ਵੱਖ-ਵੱਖ ਰਸਤੇ ਜਾ ਸਕਦਾ। ਇਹ ਤੁਹਾਨੂੰ ਦੱਸੀ, ਇੱਕ UDP ਹੁੰਦਾ, ਇੱਕ TCP ਹੁੰਦੇ ਨੇ, ਪ੍ਰੋਟੋਕੋਲ ਜਿਹੜੇ ਟ੍ਰਾਂਸਪੋਰਟ ਲੇਅਰ ਤੇ ਕੰਮ ਕਰਦੇ। UDP ਦਾ ਪੁਰਾਣਾ ਹੁੰਦਾ ਯੂਜ਼ਰ ਡਾਟਾਗ੍ਰਾਮ ਪ੍ਰੋਟੋਕੋਲ, TCP ਦਾ ਟ੍ਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ, IP ਦਾ ਹੁੰਦਾ ਇੰਟਰਨੈਟ ਪ੍ਰੋਟੋਕੋਲ। ਜਿਹੜੇ ਕਨੈਕਸ਼ਨ ਵਾਲੇ ਮੋਡ ਦੇ ਵਿੱਚ ਨੇ ਜੀ, ਉਹਦੇ ਵਿੱਚ ਤੁਹਾਨੂੰ ਦੱਸਿਆ ਐਗਜ਼ਾਮਪਲ ਆ ਗਈ TCP। ਇਸ ਦੇ ਵਿੱਚ ਕੀ ਹੈ, ਪੈਕਟ ਭੇਜਣ ਤੋਂ ਪਹਿਲਾਂ ਇੱਕ ਸਰਕਟ ਬਣਾਇਆ ਜਾਂਦਾ ਹੈ, ਦੱਸਿਆ ਜਾਂਦਾ ਕਿ ਹਾਂਜੀ ਕਿ ਇਸ ਦੇ ਰਸਤੇ ਹੀ ਡਾਟਾ ਇਹਦਾ ਟ੍ਰਾਂਸਫਰ। ਉਸ ਤੋਂ ਬਾਅਦ ਗੱਲ ਆ ਗਈ ਜੀ ਸੈੱਲ ਸਵਿਚਿੰਗ। ਸੈੱਲ ਸਵਿਚਿੰਗ ਵੀ ਤੁਹਾਨੂੰ ਇੱਕ ਪੈਕਟ ਸਵਿਚਿੰਗ ਦੀ ਤਰ੍ਹਾਂ ਹੀ ਹੁੰਦੀ ਹੈਗੀ, ਬਟ ਇਸ ਦੇ ਜਿਹੜੇ ਡਾਟਾ ਨੂੰ ਭੇਜਣ ਵਾਲੇ ਸੈੱਲ ਇੱਕੋ ਸਾਈਜ਼, ਠੀਕ ਹੈ, ਇੱਕੋ ਸਾਈਜ਼ ਦੇ ਹੀ ਸੈੱਲ ਭੇਜੇ ਜਾਂਦੇ। ਜਿਹੜਾ ਪੈਕਟ ਦੇ ਵਿੱਚ ਕੀ ਵੱਖ-ਵੱਖ ਪੈਕਟਾਂ ਦੇ ਵਿੱਚ ਬਣਦਾ ਨਹੀਂ, ਕਿਸੇ ਦਾ ਵੱਡਾ ਹੋ ਸਕਦਾ ਜੀ ਡਾਟੇ ਸਾਈਜ਼, ਕਿਸੇ ਦਾ ਛੋਟਾ ਹੋ ਸਕਦਾ। ਬਟ ਸੈੱਲ ਸਵਿਚਿੰਗ ਵਿੱਚ ਕੀ ਤੁਹਾਨੂੰ ਦੱਸਦਾ ਕਿ ਇਸ ਚੀਜ਼ ਦੇ ਰਾਹੀਂ ਇੰਨੇ ਹੀ ਸਾਈਜ਼ ਦੇ ਜਾ ਸਕਦੇ, ਤਾਂ ਉਹ ਇੱਕੋ ਸਾਈਜ਼ ਦੇ ਹੀ ਜਿਹੜੇ ਸੈੱਲ ਨੇ ਉਸ ਚੈਨਲ ਦੇ ਰਾਹੀਂ ਹੀ ਜਾਣਗੇ। ਇਹ ਕਹਿੰਦੇ ਉਦੋਂ ਫਾਇਦੇਮੰਦ ਨੇ ਜਦੋਂ ਬਹੁਤ ਸਾਰਾ ਡਾਟਾ ਭੇਜਣ ਦੀ ਜ਼ਰੂਰਤ ਹੁੰਦੀ, ਜਿਵੇਂ ATM, ਠੀਕ ਹੈ ਜੀ। ATM ਆਟੋਮੈਟਿਕ ਟੈਲਰ ਮਸ਼ੀਨ ਤੁਸੀਂ ਦੇਖਦੇ ਹੋਗੇ ਆਮ, ਉਸ ਦੇ ਵਿੱਚ ਇੱਕ ਟਰੇ ਬਣੀ ਹੋਈ ਹੈ, ਜਿਵੇਂ ਜਿੱਥੇ ਤੁਹਾਡੇ ਮਨੀ ਜਿਹੜੇ ਆਪਣੀ ਕਰੰਸੀ ਪਈ ਹੁੰਦੀ ਹੈਗੀ, ਉਹਦਾ ਸਾਈਜ਼ ਵੱਡਾ ਨਾ ਛੋਟਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਵੱਧ ਤੋਂ ਵੱਧ 2000 ਦਾ ਨੋਟ ਹੋਊ, ਇੰਨਾ ਸਾਈਜ਼ ਦੇ ਹੀ ਜਾ ਸਕਦਾ, ਕਿ ਵੱਧ ਤੋਂ ਵੱਧ ਜਿਹੜੇ ਸੈੱਲ ਨੇ ਇੰਨੇ ਸਾਈਜ਼ ਦੇ ਹੀ ਜਾ ਸਕਦੇ। ਤਾਂ ਸੈੱਲ ਸਵਿਚਿੰਗ ਆਪਾਂ ਉੱਥੇ ਯੂਜ਼, ਜਿੱਥੇ ਆਪਾਂ ਨੇ ਇੱਕੋ ਸਾਈਜ਼ ਦੇ ਜਿਹੜੇ ਕਿ ਸੈੱਲ ਭੇਜਣੇ। ਹੁਣ ਆਪਾਂ ਜਿਹੜਾ ਚੈਨਲ ਹੈ ਇਹਨੂੰ ਐਕਸੈਸ ਕਰਨਾ ਹੈਗਾ, ਉਹਦੇ ਵੀ ਮੈਥਡ ਨੇ, ਠੀਕ ਹੈ ਜੀ। ਚੈਨਲ ਐਕਸੈਸ ਕਰਨ ਦੇ ਤਰੀਕੇ ਤੋਂ ਭਾਵ ਹੈ ਸ਼ੇਅਰਡ ਮੀਡੀਅਮ ਜਾਂ ਮਾਧਿਅਮ ਦੀ ਵਰਤੋਂ ਕਰਕੇ ਡਿਵਾਈਸਿਸ ਕਿਵੇਂ ਸੰਚਾਰ ਕਰਦੇ ਨੇ, ਕਿ ਆਪਸ ਵਿੱਚ ਉਹਨਾਂ ਦੋਨਾਂ ਦੀ ਵਰਤੋਂ ਕਰਦੇ ਨੇ, ਤੇ ਉਹ ਫਿਰ ਸੰਚਾਰ ਕਿਵੇਂ ਕਰਦੇ ਨੇ, ਕਮਿਊਨੀਕੇਸ਼ਨ ਕਿਵੇਂ ਕਰਦੇ, ਜਿਵੇਂ ਬੱਸ ਨੈਟਵਰਕ ਤੁਸੀਂ ਦੇਖਦੇ ਹੋ, ਸਟਾਰ ਟੋਪੋਲੋਜੀ ਦੇਖਦੇ ਹੋ, ਰਿੰਗ ਟੋਪੋਲੋਜੀ ਦੇਖਦੇ ਹੋ, ਹੱਬ ਨੈਟਵਰਕ ਦੇਖਦੇ ਹੋ, ਵਾਇਰਲੈਸ ਨੈਟਵਰਕ ਦੇਖਦੇ ਹੋ। ਤਾਂ ਬਹੁਤ ਸਾਰੇ ਡਿਵਾਈਸਿਸ ਕੰਪਿਊਟਰ ਜਿਹੜੇ ਆਪਸ ਵਿੱਚ ਸ਼ੇਅਰ ਕਰਦੇ ਨੇ ਇੱਕ ਮਾਧਿਅਮ, ਠੀਕ ਹੈ, ਜਿਸ ਨਾਲ ਉਹਨਾਂ ਨੂੰ ਟ੍ਰਾਂਸਮਿਸ਼ਨ ਕਰਨ ਦਾ ਜਿਹੜਾ ਤਰੀਕਾ ਪਹਿਲਾਂ ਹੀ ਦੱਸਣਾ ਪੈਂਦਾ, ਕਿ ਹਾਂ ਵੀ ਤੂੰ ਇਸ ਤਰੀਕੇ ਨਾਲ ਡਾਟਾ ਟ੍ਰਾਂਸਮਿਟ ਕਰੇਗਾ, ਤੂੰ ਇਸ ਤਰੀਕੇ ਨਾਲ ਕਰੇਗਾ। ਜਿਵੇਂ ਤੁਹਾਨੂੰ ਦੱਸਿਆ ਸੀ ਚੈਨਲ ਐਕਸੈਸ ਕਰਨ ਦੇ ਤਰੀਕੇ, ਜਿਵੇਂ FDM, TDM, ਪੈਕਟ ਸਵਿਚਿੰਗ ਵਿੱਚ CSMA, CSMAC, ਟੋਕਨ ਪਾਸਿੰਗ ਆਦਿ। ਆਪਾਂ ਹੁਣ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੀ ਇੱਕ ਈਥਰਨੈਟ। ਈਥਰਨੈਟ ਕੀ ਹੈ, ਲੋਕਲ ਏਰੀਆ ਨੈਟਵਰਕ ਲਈ ਕੰਪਿਊਟਰ ਨੈਟਵਰਕਿੰਗ ਟੈਕਨੋਲੋਜੀਜ਼ ਦਾ ਕੀ ਹੈ ਇੱਕ ਪ੍ਰਵਾਹ, ਅਤੇ ਇਹ ਵਾਇਰਡ ਦਾ ਮਤਲਬ ਗਾਈਡਡ ਮੀਡੀਆ, ਜਿਹਨੂੰ ਆਪਾਂ ਕਹਿੰਦੇ ਜਿਹਦੇ ਚ ਤਾਰਾਂ ਵੀ ਹੁੰਦੀਆਂ, ਇਹ ਵਾਇਰਡ ਲੈਨ ਟੈਕਨੋਲੋਜੀ ਦੀ ਵਰਤੋਂ ਕਰਕੇ ਵੱਡੇ ਤੌਰ ਤੇ ਕੀ ਬਦਲੇ। ਇਹ ਇੱਕ ਸਟੈਂਡਰਡ ਆਈ ਜਿਹੜਾ ਦੱਸਦੀ ਹੈ ਕਿ ਨੈਟਵਰਕ ਇੰਟਰਫੇਸ ਕਾਰਡ, ਹੱਬ ਸਵਿਚ ਜਿਹੜੇ ਰਿਪੀਟਰ ਨੇ, ਰਿਪੀਟਰ ਕੀ ਵਾਲਾ ਸਿਗਨਲ ਜਿਹੜੇ ਵੀਕ ਸਿਗਨਲ ਨੇ ਉਹਨੂੰ ਰਿਪੀਟ ਕਰਦੇ, ਜਿਵੇਂ ਆਪਣੇ ਐਂਪਲੀਫਾਇਰ ਹੁੰਦੇ, ਬਟ ਇੱਥੇ ਕੀ ਨੇ ਰਿਪੀਟਰਸ ਹੁੰਦੇ ਨੇ, ਠੀਕ ਹੈ ਜੀ। ਆਦਿ ਵਿੱਚ ਕਿਵੇਂ ਕਮਿਊਨੀਕੇਸ਼ਨ ਹੁੰਦੀ ਹੈ, ਜਿਵੇਂ ਹੱਬਾਂ ਦੇ ਵਿੱਚ, ਰਿਪੀਟਰਸ ਦੇ ਵਿੱਚ, ਇੰਟਰਫੇਸ ਕਾਰਡ ਦੇ ਵਿੱਚ ਕਿਵੇਂ ਕਮਿਊਨੀਕੇਸ਼ਨ ਹੁੰਦੀ, ਉਸ ਚੀਜ਼ ਬਾਰੇ ਦੱਸਦੀ ਹੈ। ਇਹ ਨੈਟਵਰਕ ਦੇ ਉੱਪਰ ਡਿਵਾਈਸਿਸ ਕਮਿਊਨੀਕੇਸ਼ਨ ਦੇ ਲਈ ਫਰੇਮ, ਇੰਟਰਨੈਟ ਫਰੇਮ ਦੀ ਵਰਤੋਂ ਸਟੈਂਡਰਡ ਹੈ ਜੀ। ਮੈਕ ਜਿਹੜਾ ਆਪਾਂ ਡਾਟਾ ਲਿੰਕ ਲੇਅਰ ਵਿੱਚ ਕੀਤਾ ਸੀ, ਮੈਕ ਮੀਡੀਆ ਐਕਸੈਸ ਕੰਟਰੋਲ, ਠੀਕ ਹੈ। ਤੇ ਫਿਜ਼ੀਕਲ ਲੇਅਰ ਤੇ ਡਾਟਾ ਲਿੰਕ ਲੇਅਰ ਦਾ ਕੀ ਭਾਗ। ਉਸ ਤੋਂ ਗੱਲ ਕਰੀਏ ਆਪਾਂ CSMA CD, ਜਿਹਨੂੰ ਕੈਰੀਅਰ ਸੈਂਸ, ਮਲਟੀਪਲ ਐਕਸੈਸ ਅਤੇ ਕੋਲੀਜ਼ਨ ਡਿਟੈਕਟ। ਕੋਲੀਜ਼ਨ ਕਦੋਂ ਹੁੰਦੇ ਨੇ ਪਤਾ, ਜਦੋਂ ਮੰਨ ਲਓ ਕੰਜੈਸ਼ਨ ਕਹਿੰਦੇ ਆਪਾਂ, ਕੋਲੀਜ਼ਨ ਵੀ ਕਹਿੰਦੇ ਆ, ਕੰਜੈਸ਼ਨ ਵੀ ਕਹਿੰਦੇ ਆ। ਮੰਨ ਲਓ ਇੱਕੋ ਟਾਈਮ ਤੇ ਉਧਰੋਂ ਇੱਕ ਰਸਤਾ ਹੈਗਾ
जिथे एक टाइम ते एक ही गड्डी जा सकती है, एक रास्ता गा जिथे एक गड्डी ही पास हो सकती है, ਤਾਂ ਇੱਕੋ ਟਾਈਮ ਤੇ ਇੱਕ ਸਾਈਡ ਤੋਂ ਉਧਰੋਂ ਗੱਡੀ ਆ ਰਹੀ, ਇੱਕ ਸਾਈਡ ਤੋਂ ਉਧਰੋਂ ਆ ਰਹੀ ਹੈ, ਤਾਂ ਉੱਥੇ ਕੀ ਲੱਗ ਜਾਂਦਾ, ਇੱਕ ਜਾਮ ਕੰਜੈਸ਼ਨ ਹੋ ਜਾਂਦਾ। ਉਸ ਨੂੰ ਕੰਟਰੋਲ ਕਰਦੇ ਆ, ਮੰਨ ਲਓ ਇੱਕ ਪੈਕਟ ਉਧਰੋਂ ਆ ਰਿਹਾ ਹੈ, ਉਸ ਟਾਈਮ ਨਾਲ ਆ ਰਿਹਾ, ਇੱਕ ਉਧਰੋਂ ਆ ਰਿਹਾ, ਤਾਂ ਉੱਥੇ ਕੀ ਹੈ, ਕੰਜੈਸ਼ਨ ਹੋ ਜਾਂਦੀ। ਇਸ ਚੀਜ਼ ਨੂੰ ਡਿਟੈਕਟ ਕਰਨ ਦੇ ਲਈ ਆਪਾਂ CSM ਇਸ ਦੀ ਵਰਤੋਂ ਕਰਦੇ ਸਟੈਂਡਰਡ। ਕਹਿੰਦੇ ਇਹ ਦੱਸਦਾ ਹੈ ਨੈਟਵਰਕ ਦੇ ਰਾਹੀਂ ਟ੍ਰਾਂਸਮਿਸ਼ਨ ਕਿਵੇਂ ਹੁੰਦੀ ਆ। ਕੋਲੀਜ਼ਨ ਜਿਹੜਾ ਡੋਮੇਨ ਹੈ ਸਿਰਫ ਇੱਕ ਡਿਵਾਈਸ ਉੱਤੇ ਇੱਕ ਸਮੇਂ ਦੀ ਟ੍ਰਾਂਸਮਿਟ ਕਰ ਸਕਦਾ, ਤੇ ਦੂਜੀ ਡਿਵਾਈਸ ਕੇ ਡੋਮੇਨ ਵਿੱਚ ਪੈਕਟ ਭੇਜਣ ਤੋਂ ਪਹਿਲਾਂ ਡਾਟਾ ਕੋਲੀਜ਼ਨ ਤੋਂ ਬਚਣ ਲਈ ਨੈਟਵਰਕ ਨੂੰ ਜਾਣਦੀ ਹੈ ਕਿ ਉਸ ਵਿੱਚ ਕੋਈ ਪੈਕਟ ਆ ਤਾਂ ਨਹੀਂ ਰਿਹਾ। ਜੇ ਕੋਈ ਪੈਕਟ ਜਾਂ ਡਾਟਾ ਆ ਰਿਹਾ ਤਾਂ ਉਹਨੂੰ ਉਹਨਾਂ ਟਾਈਮ ਕੀ ਕਰਨਾ ਪਊ, ਵੇਟ ਕਰਨਾ। ਤੇ ਜੇਕਰ ਜਦੋਂ ਦੋ ਡਿਵਾਈਸ ਇਕੱਠੇ ਸਮੇਂ ਟ੍ਰਾਂਸਮਿਟ ਕਰਦੇ ਨੇ ਡਾਟਾ ਨੂੰ ਤਾਂ ਕੋਲੀਜ਼ਨ ਹੁੰਦਾ, ਤਾਂ ਇਸ ਕਰਕੇ ਦੋਨਾਂ ਨੂੰ ਕਰਨਾ ਪਵੇਗਾ ਸਮਾਂ ਦੇਖਣਾ। ठीक है, उसका CSM में CA कोलिजन अवॉइडेंस ਨਾਲ ਕੈਰੀਅਰ ਸੈਲ ਮਲਟੀਪਲ ਐਕਸੈਸ ਨੈਟਵਰਕ ਮਲਟੀਪਲ ਐਕਸੈਸ ਦਾ ਤਰੀਕਾ ਹੈ ਜਿਸ ਵਿੱਚ ਨੋਡਸ ਕੋਲੀਜਨ ਜਦੋਂ ਕਿ ਚੈਨਲ ਖਾਲੀ ਹੁੰਦਾ ਹੈ ਉਦੋਂ ਹੀ ਜਿਹੜਾ ਵਾਇਰਲੈਸ ਨੈਟਵਰਕ ਹੈ ਦੇ ਲਈ ਮਹੱਤਵਪੂਰਨ ਹੁੰਦਾ ਹੈ। ਕਿਉਂ ਹੁੰਦਾ, ਤੁਹਾਨੂੰ ਦੱਸਿਆਗਾ, ਕੋਲੀਜਨ ਆ ਜਾਵੇਗਾ, ਕੰਜੈਸ਼ਨ ਹੋ ਜਾਵੇ, ਜਾਮ ਲੱਗ ਜਾਵੇ ਉੱਥੇ, ਨਾ ਆਪਾਂ ਕਹਿੰਦੇ ਨੈਟ ਐਕਸੈਸ ਨਹੀਂ ਹੋ ਰਿਹਾ, ਕਿਉਂਕਿ ਡਾਟਾ ਟ੍ਰਾਂਸਮਿਟ ਵੀ ਨਹੀਂ ਹੋ ਰਿਹਾ, ਡਾਟਾ ਰਿਸੀਵ ਵੀ ਨਹੀਂ ਹੋ ਰਿਹਾ, ਇਹ ਗੱਡੀ ਆ ਵੀ ਨਹੀਂ ਰਹੀ, ਗੱਡੀ ਜਾ ਵੀ ਨਹੀਂ ਰਹੀ। ਉਸ ਤੋਂ ਗੱਲ ਕਰੀਏ ਆਪਾਂ ਟੋਕਨ ਪਾਸਿੰਗ। ਟੋਕਨ ਪਾਸਿੰਗ ਵੀ ਇੱਕ ਚੈਨਲ ਹੈ ਐਕਸੈਸ ਕਰਨ ਦਾ ਤਰੀਕਾ ਜੀ, ਜਿਸ ਵਿੱਚ ਸਿਗਨਲ ਨੂੰ ਟੋਕਨ ਕਹਿੰਦੇ, ਇੱਥੇ ਅਲੱਗ-ਅਲੱਗ ਨਾਮ ਦੇ ਦਿੰਦੇ ਹਨ। ਸਿਗਨਲ ਨੂੰ ਟੋਕਨ ਕਹਿੰਦਾ ਜੋ ਨੋਡਸ ਵਿੱਚ ਭੇਜੇ ਅਤੇ ਸੰਚਾਰ ਕਰਨ ਦੀ ਕੀ ਹੁੰਦੀ ਹੈ, ਆਗਿਆ। ਇਹ ਟੋਕਨ ਰਿੰਗ, ਆਰਕਨੈਟ, ਠੀਕ ਹੈ, ਇਸ ਤਰ੍ਹਾਂ ਦੀ ਆਪਾਂ ਐਗਜ਼ਾਮਪਲ। ਐਡਰੈਸਿੰਗ ਦੇ ਤਰੀਕੇ ਕੀ ਹੁੰਦੇ ਨੇ, ਐਡਰੈਸਿੰਗ ਹੁੰਦੀ ਹੈ ਇੱਕ 1 to 1 ਜਿਹਨੂੰ ਬੋਲਦੇ ਹਾਂ ਯੂਨੀਕਾਸਟ, ਇੱਕ ਹੁੰਦੀ ਹੈ ਬ੍ਰੌਡਕਾਸਟ। 1 to 1 ਦਾ ਮਤਲਬ ਕੀ ਹੈ, ਇੱਕ ਕੰਪਿਊਟਰ ਤੋਂ ਬਸ ਉਸੇ ਕੰਪਿਊਟਰ ਨੂੰ ਜਾਣਾ, ਇੱਕ ਤੋਂ ਲੈ ਕੇ ਦੂਜੇ। ਮਲਟੀਕਾਸਟ ਵਿੱਚ ਇੱਕ ਤੋਂ ਲੈ ਕੇ ਮਲਟੀਪਲ ਜਾਂ ਮੈਨੀ ਕਮਿਊਨੀਕੇਸ਼ਨ ਦੇ। ਬ੍ਰੌਡਕਾਸਟ ਕੀ ਹੈ, ਭਾਵ ਇੱਕ ਨੂੰ ਸਾਰਾ, ਜਿਵੇਂ ਆਪਣਾ ਟੀਵੀ ਹੈ, ਇਹ ਬ੍ਰੌਡਕਾਸਟਿੰਗ ਚੈਨਲ ਹੈ, ਕਿਉਂਕਿ ਇੱਕ ਜਿਹੜਾ ਚੈਨਲ ਹੈ ਸਾਰਿਆਂ ਨੂੰ ਇੱਕੋ ਹੀ ਟਾਈਮ ਤੇ ਉਹੀ ਚੀਜ਼ ਰਿਸੀਵ ਹੋ ਰਹੀ ਹੈ। ਜਿੱਥੇ ਮਰਜ਼ੀ ਵਗ ਜਾਓ, ਕਿਸੇ ਮਰਜ਼ੀ ਦੇ ਘਰੇ ਵਗ ਜਿਓ, ਉਸੇ ਚੈਨਲ ਤੇ ਉਸੇ ਟਾਈਮ ਉਹੀ ਚੀਜ਼ ਕੀ ਹੈ ਤੁਹਾਨੂੰ ਸੀਰੀਜ਼ ਹੈ ਚਾਹੇ ਮੂਵੀ ਹੈ ਕੁਝ ਵੀ ਤੁਹਾਨੂੰ ਮਿਲੂਗਾ, ਡਾਟਾ ਟ੍ਰਾਂਸਮਿਸ਼ਨ ਅਸੈਸ ਹੋ। ਇਹ ਕੀ ਹੈ, ਬ੍ਰੌਡਕਾਸਟ। ਠੀਕ ਹੈ, ਤਾਂ ਇਸ ਬਾਰੇ ਕਰੀ ਪੜ੍ਹ ਲਈ ਥੋੜਾ ਜਿਹਾ, ਕਿਉਂਕਿ ਸਟਾਰਟਿੰਗ ਟਾਈਮ ਥੋੜਾ ਜਿਹਾ ਔਖਾ ਲੱਗੂਗਾ, ਕਿਉਂਕਿ ਹਜੇ ਆਪਾਂ ਇੱਕ ਨੈਟਵਰਕ ਦੇ ਵਿੱਚ ਕੀ ਸਟਾਰਟਿੰਗ ਪਹਿਲਾਂ ਦੇ ਬਾਰੇ ਬਹੁਤ ਘੱਟ ਪੜ੍ਹਿਆ ਹੋਇਆ, ਪੜ੍ਹਿਆ ਕਿ ਸਟਾਰਟ ਹੀ ਕੀਤਾ ਆਪਾਂ ਨੇ। ਹੌਲੀ ਸਮਝ ਆ ਜੂ, ਡੋਂਟ ਵਰੀ, ਠੀਕ ਹੈ।